ਚੰਡੀਗੜ੍ਹ ਵਿੱਚ ਸਾਰੇ ਮੇਜਰ ਜਿਹੜੇ ਡਿਪਾਰਟਮੈਂਟਸ ਨੇ ਜਿਹੜੇ ਕੰਮ ਹੈਗੇ ਲੋਕਾਂ ਦੇ ਉਹ ਐਡਮਿਨਿਸਟ੍ਰੇਸ਼ਨ ਦੇ ਡਿਪਾਰਟਮੈਂਟ ਐਡਮਿਨਿਸਟ੍ਰੇਟਿਵ ਆਫੀਸਰਸ ਦੇ ਕੋਲ ਪੈਂਦੇ ਨੇ। ਉਹ ਬਹੁਤ ਵਾਰ ਨਹੀਂ ਸੁਣਦੇ। ਉਹਨਾਂ ਨੂੰ ਨਾ ਤੁਸੀਂ ਅਪਰੋਚ ਕਰ ਸਕਦੇ ਹੋ, ਨਾ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ। ਪਤਾ ਹੀ ਨਹੀਂ ਹੁੰਦਾ ਲੋਕਾਂ ਨੂੰ ਵੀ ਕਿਹੜੇ ਬੰਦੇ ਨਾਲ ਸੰਪਰਕ ਕਰਨਾ ਹੈ। ਦਫ਼ਤਰ ਦੇ ਟਾਈਮ ਨਹੀਂ ਫੋਨ ਕਰ ਸਕਦੇ, ਬਾਅਦ ਤਾਂ ਦੂਰ ਦੀ ਗੱਲ ਹੈ, ਅਗਲਾ ਸਵਿਚ ਆਫ ਕਰਕੇ ਬੈਠ ਜਾਂਦਾ ਨੰਬਰ ਕਈ ਵਾਰ। ਸੋ ਇਹ ਬਹੁਤ ਇੱਕ ਜਿਹੜੀ ਲੋੜ ਹੈ, ਡੈਮੋਕ੍ਰੈਟਿਕ ਸੈਟਅਪ ਹੋਣਾ ਚਾਹੀਦਾ ਹੈ, ਵਿਧਾਨ ਸਭਾ ਹੋਣੀ ਚਾਹੀਦੀ ਹੈ ਔਰ ਇਲੈਕਟਿਡ ਲੋਕਾਂ ਦੇ ਹੱਥ ਵਿੱਚ ਹੀ ਪਾਵਰ ਹੋਣੀ ਚਾਹੀਦੀ ਹੈ। ਅਫਸਰ ਨਹੀਂ ਕਰਦੇ ਹੈਗੇ, ਅਫਸਰ ਨਹੀਂ ਸੁਣਦੇ ਕਿਉਂਕਿ ਉਹਨਾਂ ਨੇ ਵੋਟਾਂ ਨਹੀਂ ਲੈਣੀਆਂ। ਤੇ ਸਿੱਧੂ ਸਾਹਿਬ ਜੇ ਗੱਲ ਕਰੀਏ ਵਿਧਾਨ ਸਭਾ ਦੀ ਮੁੜ ਕੇ ਤਾਂ ਫਿਰ ਪੰਜਾਬ ਹਰਿਆਣੇ ਨੂੰ ਇਸ ਗੱਲ 'ਤੇ ਓਬਜੈਕਸ਼ਨ ਵੀ ਹੋ ਸਕਦੀ ਹੈ ਕਿਉਂਕਿ ਉਹਨਾਂ ਦਾ ਸਟੇਕ ਹੈ ਚੰਡੀਗੜ੍ਹ 'ਤੇ। ਦੋਨੋਂ ਜਾਣੇ ਆਪਣਾ ਦਾਅਵਾ ਠੋਕਦੇ, ਕੈਪੀਟਲ ਵੀ ਹੈਗੀ ਪੰਜਾਬ ਤਾਂ ਖਾਸ ਤੌਰ 'ਤੇ ਕਹਿੰਦਾ ਸਾਡਾ ਹੈ, ਸਾਨੂੰ ਦੇਣਾ ਚਾਹੀਦਾ ਸੀਗਾ। ਜੇ ਕੈਪੀਟਲ ਸਿਟੀ ਹੈ ਉਹ ਬਿਲਕੁਲ ਰਹੇਗੀ ਕੈਪੀਟਲ। ਉਹਦੇ 'ਚ ਕੋਈ ਦਿੱਲੀ ਭਾਰਤ ਦੀ ਰਾਜਧਾਨੀ ਹੈ, ਉੱਥੇ ਭਾਰਤ ਸਰਕਾਰ ਵੀ ਚੱਲਦੀ ਹੈ, ਉੱਥੇ ਸਟੇਟ ਸਰਕਾਰ ਵੀ ਹੈ, ਉੱਥੇ ਕਾਰਪੋਰੇਸ਼ਨਾਂ ਵੀ ਨੇ। ਮੈਂ ਨਹੀਂ ਸਮਝਦਾ ਇਸ 'ਚ ਕੋਈ ਪੰਜਾਬ ਨੂੰ ਕੋਈ ਇਹਦੇ ਜੋ ਹੈ ਪੰਜਾਬ ਦੇ ਸਟੇਕਸ ਇਸ ਕੋਈ ਘਟ ਜਾਣਗੇ, ਹਰਿਆਣਾ ਦੇ ਸਟੇਕਸ ਘਟ ਜਾਣਗੇ। ਉਸ ਮੇਅਰ ਕੋਲ ਪਾਵਰ ਕੀ ਹੈ? ਐਗਜ਼ੈਕਟਿਵ ਹੈੱਡ, ਐਡਮਿਨਿਸਟ੍ਰੇਟਿਵ ਹੈੱਡ ਕਮਿਸ਼ਨਰ ਹੈ। ਕਮਿਸ਼ਨਰ ਨੂੰ ਤੁਸੀਂ ਜੇ ਕੋਈ ਕੰਮ ਕਰਾਉਣਾ ਹੈ, ਆਪਾਂ ਕੋਈ ਕਹਿੰਦੇ ਆ ਅਫਸਰਸ਼ਾਹੀ ਹਾਵੀ ਕਿਉਂ ਹੁੰਦੀ ਹੈ? ਜਨਤਾ ਦੀ, ਕਿਉਂਕਿ ਇਨਡਾਇਰੈਕਟਲੀ ਜਨਤਾ ਦੀ ਅਥਾਰਟੀ ਹੋਗੀ ਨਾ ਅਫਸਰ ਦੇ ਉੱਤੇ। ਜੋ ਜਨਤਾ ਦਾ ਚੁਣਿਆ ਹੋਇਆ ਪ੍ਰਤੀਨਿਧੀ, ਜਨ ਪ੍ਰਤੀਨਿਧੀ, ਜੇ ਉਸ ਅਫਸਰ ਦੇ ਉੱਪਰ ਉਸ ਦੀ ACR ਲਿਖ ਸਕਣ ਦੀ ਉਹਦੇ ਕੋਲ ਪਾਵਰ ਹੋਏਗੀ। ਤੋ ਹਰਿਆਣੇ 'ਚ ਸਾਡੇ ਮੁੱਖ ਮੰਤਰੀ ਜੀ ਨੇ, ਮਨੋਹਰ ਲਾਲ ਖੱਟੜ ਜੀ ਨੇ, ਉਹਨਾਂ ਨੇ ਪਹਿਲ ਕੀਤੀ ਹੈ। ਕਾਂਗਰਸ ਨੇ ਤਾਂ ਹਟਾਤਾ ਪੰਜਾਬ ਵਿੱਚੋਂ ਆਪਣਾ ਜੋ ਸਰਕਾਰ ਉਹਨਾਂ ਦੀ ਹੈਗੀ ਸੀ, ਲੇਕਿਨ ਇਹ ਭਾਰਤੀ ਜਨਤਾ ਪਾਰਟੀ ਹੀ ਲੈ ਕੇ ਆਈ ਔਰ ਇੱਥੇ ਵੀ ਸਾਡੀ ਇਹ ਜੋ ਹੈ ਸੋਚ ਸਾਡੀ ਇਹੀ ਹੈ ਕਿ ਹੋਣਾ ਚਾਹੀਦਾ ਹੈ। ਪ੍ਰੋ ਪੰਜਾਬ TV 'ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਚੰਡੀਗੜ੍ਹ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਹੈਗੀ ਹੈ। ਕਾਰਪੋਰੇਸ਼ਨ ਦੇ ਜਿਹੜੇ ਕਾਊਂਸਲ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੇ ਮੰਗ ਚੱਕੀ ਹੈ ਵੀ ਚੰਡੀਗੜ੍ਹ 'ਚ ਵਿਧਾਨ ਸਭਾ ਹੋਣੀ ਚਾਹੀਦੀ ਹੈ। ਇਹੋ ਜਿਹੀ ਮੰਗ ਪਹਿਲਾਂ ਵੀ ਉੱਠਦੀ ਰਹੀ ਹੈ, ਪਰ ਇੱਕ ਵਾਰ ਫਿਰ ਤੋਂ ਇਹ ਜਿਹੜੀ ਮੰਗ ਹੈ ਉਹ ਸਰਗਰਮ ਹੋਈ ਹੈ, ਚਰਚਾ ਵਿੱਚ ਆਈ ਹੈ। ਕਿਉਂ ਇਹ ਮੰਗ ਉੱਠੀ ਹੈ, ਅਸੀਂ ਗੱਲਬਾਤ ਕਰਾਂਗੇ ਮਹੇਸ਼ਿੰਦਰ ਸਿੰਘ ਸਿੱਧੂ ਜੀ ਨਾਲ, ਜੋ ਕਿ MC ਨੇ ਚੰਡੀਗੜ੍ਹ ਵਿੱਚ, ਅਤੇ ਜਾਣਦੇ ਹਾਂ ਵੀ ਹੋਰ ਕੀ ਸਮੱਸਿਆਵਾਂ ਨੇ ਜਿਹੜੀ ਕਾਊਂਸਲਰ ਨੂੰ ਫੇਸ ਕਰਨੀਆਂ ਪੈਂਦੀਆਂ, ਜਿਹਦੇ ਕਰਕੇ ਸਾਰੇ ਜਿਹੜੇ ਚੰਡੀਗੜ੍ਹ ਦੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਵੀ ਜੂਝਣਾ ਪੈਂਦਾ ਹੈਗਾ। ਪਹਿਲਾਂ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ TV 'ਤੇ। ਕੱਲ੍ਹ ਹਾਊਸ ਬੈਠਾ ਸੀਗਾ, ਹਾਊਸ ਦੇ ਅੰਦਰ ਗੱਲਬਾਤ ਹੋਈ ਵੀ ਵਿਧਾਨ ਸਭਾ ਚਾਹੀਦੀ ਹੈ ਚੰਡੀਗੜ੍ਹ ਨੂੰ। ਸਾਰੇ ਕੰਸੈਂਸਸ ਅਕਰੋਸ ਪਾਰਟੀ ਲਾਈਨਸ ਸਾਰਿਆਂ ਨੇ ਗੱਲ ਕਹੀ ਹੈ। ਕਿਉਂ ਇਹ ਮੰਗ ਕਿਉਂ ਉੱਠੀ? ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਜਿਹੜੀ ਵਿਧਾਨ ਸਭਾ ਦੀ ਡਿਮਾਂਡ ਹੈ ਪਹਿਲੀ ਵਾਰ ਨਹੀਂ ਉੱਠੀ ਹੈ, ਪਹਿਲੋਂ ਵੀ ਕਈ ਵਾਰ MC ਦੇ ਹਾਊਸ ਵਿੱਚ, ਸ਼ਹਿਰ ਵਿੱਚ ਵੀ ਇਹ ਉੱਠੀ ਹੈ ਕਿ ਚੰਡੀਗੜ੍ਹ ਸ਼ਹਿਰ ਵਿੱਚ ਵੀ ਜਿੱਦਾਂ ਬਾਕੀ ਸੂਬੇ ਨੇ ਔਰ ਚਾਹੇ ਦਿੱਲੀ ਵੀ ਕਹੀਏ ਜਾਂ ਆਪਾਂ ਪੁਡੂਚੇਰੀ ਦੀ ਗੱਲ ਕਰੀਏ, ਜਿਹੜੇ ਛੋਟੇ ਵੀ ਆਪਾਂ ਕਹਿ ਸਕਦੇ ਹਾਂ ਜਗ੍ਹਾਵਾਂ ਨੇ, ਕਿਉਂਕਿ ਕਈ ਵਾਰ ਆਉਂਦਾ ਹੈ ਵੀ ਸ਼ਹਿਰ ਹੈ, ਤਾਂ ਇਸ ਤਰ੍ਹਾਂ ਦੇ ਕਈ ਉਦਾਹਰਣ ਨੇ ਜਿੱਥੇ ਛੋਟੇ ਸ਼ਹਿਰਾਂ 'ਚ ਵੀ ਜੋ ਹੈ ਵਿਧਾਨ ਸਭਾ ਹੈ, ਉੱਥੇ MLA ਹੁੰਦੇ ਨੇ। ਸੋ ਚੰਡੀਗੜ੍ਹ ਸ਼ਹਿਰ ਨੂੰ ਨੁਮਾਇੰਦਗੀ, ਆਪਾਂ ਇੱਕ ਡੈਮੋਕ੍ਰੈਟਿਕ ਕੰਟਰੀ 'ਚ, ਡੈਮੋਕ੍ਰੈਟਿਕ ਸੈਟਅਪ ਇੱਥੇ ਬਹੁਤ ਜ਼ਰੂਰੀ ਹੈ, ਜੋ ਕਿ ਚੰਡੀਗੜ੍ਹ ਵਰਗੇ ਸ਼ਹਿਰ 'ਚ ਇਹ ਨਹੀਂ ਹੈ। ਲੋਕਾਂ ਦੀ ਕੋਈ ਸਮੱਸਿਆ ਹੁੰਦੀ ਹੈ, ਕੋਈ ਦਿੱਕਤ ਹੁੰਦੀ ਹੈ, ਉਹ ਮੈਜੋਰਿਟੀ ਆਫ ਜਿਹੜੇ ਦਿੱਕਤ ਵਾਲੇ ਕੰਮ ਨੇ, ਕੋਈ ਇਸ਼ੂਜ਼ ਹੁੰਦੇ ਨੇ, ਉਹ ਬਹੁਤ ਵਾਰੀ ਐਡਮਿਨਿਸਟ੍ਰੇਸ਼ਨ ਦੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟਸ ਵਿੱਚ ਉਹਨਾਂ ਨੂੰ ਕੰਸਰਨਿੰਗ ਹੁੰਦੇ ਨੇ, ਜੋ MC ਦੇ ਡੋਮੇਨ ਦੇ ਅੰਦਰ ਨਹੀਂ ਆਉਂਦੇ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਵਿਧਾਨ ਸਭਾ ਹੋਵੇ ਤਾਂ ਕਿ ਪ੍ਰੋਪਰ ਲੈਜਿਸਲੇਸ਼ਨ ਕਰਨ ਦੀ ਪਾਵਰ ਜੋ ਹੈ, ਚਾਹੇ ਉਹ ਸਟੇਟ ਲਿਸਟ ਹੈ ਚਾਹੇ ਕੰਕਰੈਂਟ ਲਿਸਟ ਹੈ, ਉਹ ਜੋ ਕੌਨਸਟੀਟਿਊਸ਼ਨ ਵਿੱਚ ਹੁੰਦੀ ਹੈ ਪ੍ਰੋਵਾਈਡਡ, ਉਹ ਜਿਹੜੇ ਸਬਜੈਕਟਸ ਨੇ, ਫੀਲਡਸ ਨੇ, ਉਹਨਾਂ 'ਤੇ ਲੈਜਿਸਲੇਟ ਕਰਨ ਦੀ, ਉਹਨਾਂ 'ਤੇ ਕਾਨੂੰਨ ਬਣਾਉਣ ਦੀ ਜਿਹੜਾ ਅਧਿਕਾਰ ਹੈ ਉਹ ਵਿਧਾਨ ਸਭਾ ਨੂੰ ਹੁੰਦਾ, MLAs ਨੂੰ ਹੁੰਦਾ। ਤਾਂ ਉਹ ਹੋ ਸਕੇ, ਚੰਡੀਗੜ੍ਹ ਦਾ ਪ੍ਰੋਪਰ ਵਿਕਾਸ ਹੋ ਸਕੇ ਔਰ ਚੰਡੀਗੜ੍ਹ 'ਤੇ ਲੋਕਾਂ ਦੀ ਜੋ ਡਿਮਾਂਡਸ ਨੇ, ਜੋ ਉਹਨਾਂ ਦੀ ਐਸਪੀਰੇਸ਼ਨ ਨੇ, ਉਹ ਪੂਰੀਆਂ ਹੋਣ। ਉਹਦੇ ਵਾਸਤੇ ਵਿਧਾਨ ਸਭਾ ਬਹੁਤ ਜ਼ਰੂਰੀ ਹੈ। ਸਿੱਧੂ ਸਾਹਿਬ, ਆਮ ਤੌਰ 'ਤੇ ਜਦੋਂ ਕਾਊਂਸਲਰ ਦੀ ਵੀ ਗੱਲ ਹੁੰਦੀ ਹੈ ਜਾਂ ਵੈਸੇ ਗੱਲਾਂ ਹੁੰਦੀਆਂ, ਇੱਥੇ ਚੰਡੀਗੜ੍ਹ 'ਚ ਅਫਸਰਸ਼ਾਹੀ ਭਾਰੀ ਹੈ, ਹਾਵੀ ਆ ਉਹ। ਅਤੇ ਕਾਊਂਸਲ ਕਹਿੰਦੇ ਵੀ ਅਸੀਂ ਚੁਣੇ ਹੋਏ ਨੁਮਾਇੰਦੇ ਹਾਂ, ਜਿਹੜੇ ਸਾਡੇ ਵੀ ਕਾਫੀ ਕੰਮ ਹੁੰਦੇ ਆ ਉਹ ਬਾਬੂ ਨੇ ਕਰਨੇ ਹੁੰਦੇ ਨੇ, ਅਫਸਰਸ਼ਾਹੀ ਨੇ ਕਰਨੇ ਹੁੰਦੇ ਨੇ, ਪਰ ਉਹ ਹੋ ਨਹੀਂ ਪਾਉਂਦੇ ਹੈਗੇ। ਤਾਂ ਇਸ ਕਰਕੇ ਵੀ ਤੁਹਾਨੂੰ ਲੱਗਦਾ ਵੀ ਚਾਹੀਦਾ? ਬਿਲਕੁਲ। ਮੈਂ ਜਿਵੇਂ ਹੁਣ ਦੱਸਿਆ, ਆਪਣਾ ਜਿਹੜੇ
MC ਐਕਟ ਹੈ, ਪੰਜਾਬ ਮਿਊਨਿਸਪਲ ਐਕਟ ਐਕਸਟੈਂਡਡ ਟੂ ਚੰਡੀਗੜ੍ਹ, ਸਾਡਾ ਐਕਸਟੈਂਸ਼ਨ ਐਕਟ ਹੈ, ਉਹਦੇ ਤਹਿਤ ਵੀ ਕੁਝ ਸਾਡੇ ਫੰਕਸ਼ਨ ਨਿਰਧਾਰਿਤ ਨੇ ਜਿਹੜੇ ਕਾਰਪੋਰੇਸ਼ਨ ਨੇ ਕਰਨੇ ਹੁੰਦੇ ਨੇ, ਜਿਹੜੀ ਸਾਡੇ ਆਥੋਰਾਈਜ਼ ਨੇ ਚੰਡੀਗੜ੍ਹ ਵਿੱਚ। ਉਹ ਵੀ ਸਾਨੂੰ ਫੰਕਸ਼ਨਸ ਪੂਰੇ ਜੋ ਹੈ ਸਾਨੂੰ ਟਰਾਂਸਫਰ ਨਹੀਂ ਹੋਏ, ਔਰ ਫੰਕਸ਼ਨਸ ਐਡਮਿਨਿਸਟ੍ਰੇਸ਼ਨ ਦੇ ਕੋਲ ਹੈ। ਅਤੇ ਹੋਰ ਉਸ ਤੋਂ ਇਲਾਵਾ ਉਹ MC ਐਕਟ ਦੇ ਵਿੱਚ ਜਿਹੜੇ ਫੰਕਸ਼ਨ ਨੇ ਉਸ ਤੋਂ ਹਟ ਕੇ ਜਿਹੜੇ ਬਾਕੀ ਵੀ ਕਈ ਫੰਕਸ਼ਨ ਜਿਹੜੇ ਸਟੇਟ ਸਰਕਾਰਾਂ ਕੋਲ ਅਧਿਕਾਰ ਹੁੰਦੇ ਨੇ ਉਹ ਐਡਮਿਨਿਸਟ੍ਰੇਸ਼ਨ ਦੇ ਕੋਲ ਹੈ, ਅੱਜ ਉਹਨਾਂ ਦੇ ਅਧਿਕਾਰ ਖੇਤਰ 'ਚ, ਜਿੱਥੇ ਕਿ ਸਾਰੇ ਜੋ ਹੈ ਆਫਿਸਰਸ ਬੈਠੇ ਨੇ, ਚਾਹੇ ਉਹ IAS ਆਫਿਸਰਸ ਨੇ, ਚਾਹੇ ਉਹ PCS HCS ਆਫਿਸਰਸ ਨੇ। ਉਹ ਅਫਸਰ ਜਿਹੜੇ ਨੇ ਉਹ ਜੋ ਹੈ ਚੁਣੇ ਹੋਏ ਨਹੀਂ ਹੈਗੇ, ਉਹ ਇੱਕ ਵਾਰ ਪੇਪਰ ਦੇ ਕੇ ਆਪਣੇ ਬਣ ਜਾਂਦੇ ਨੇ ਔਰ ਉਹਨਾਂ ਨੇ ਮੁੜ ਕੇ ਲੋਕਾਂ ਵਿੱਚ ਨਹੀਂ ਜਾਣਾ ਹੁੰਦਾ। ਜਿਹੜਾ ਦ ਰੀਜ਼ਨ ਕਿ ਡੈਮੋਕ੍ਰੈਟਿਕ ਸੈਟਅਪ ਦੇਸ਼ ਵਿੱਚ ਹੈ ਉਹ ਇਸੇ ਲਈ ਹੁੰਦਾ ਹੈ ਔਰ ਉਹਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਕਿਉਂਕਿ ਹਰ 5 ਸਾਲ ਬਾਅਦ ਕੋਈ ਵੀ, ਚਾਹੇ MP ਹੈ, ਚਾਹੇ MLA ਹੈ, ਚਾਹੇ ਕਾਉਂਸਲਰ ਹੈ, ਉਹਨੇ ਹਰ 5 ਸਾਲ ਬਾਅਦ ਲੋਕਾਂ ਦੇ ਵਿੱਚ ਜਾਣਾ ਹੈ। ਲੋਕਾਂ 'ਚੋਂ ਕੰਮ ਕਰੇਗਾ, ਜਾਂਦਾ ਰਹੇਗਾ ਤਾਂ ਉਹ ਵਾਪਸ ਚੁਣ ਕੇ ਆਏਗਾ, ਤਾਂ ਉਹ ਇਲੈਕਸ਼ਨ ਜਿੱਤ ਸਕਦਾ ਹੈ, ਤਾਂ ਉਹਨੂੰ ਕੰਮ ਕਰਨੇ ਪੈਣੇ ਨੇ। ਇਹ ਡੈਮੋਕ੍ਰੇਸੀ ਦਾ ਇੱਕ ਬਿਊਟੀ ਆਫ ਡੈਮੋਕ੍ਰੇਸੀ ਕਹਿ ਸਕਦੇ ਆ। ਉਹ ਆਪਣੇ ਆਪ 'ਚ ਲੋਕੀ ਉਹ ਕੰਮ ਕਰਦੇ ਨੇ ਜਿਹੜਾ ਇਲੈਕਟਿਡ ਰਿਪਰੈਜ਼ੈਂਟੇਟਿਵ ਹੋਏਗਾ, ਜੋ ਕਿ ਅਫਸਰ ਨਹੀਂ ਕਰਦੇ ਹੈਗੇ, ਅਫਸਰ ਨਹੀਂ ਸੁਣਦੇ ਕਿਉਂਕਿ ਉਹਨਾਂ ਨੇ ਵੋਟਾਂ ਨਹੀਂ ਲੈਣੀਆਂ। ਸੋ ਇਹ ਦਿੱਕਤ ਆਉਂਦੀ ਹੈ ਜੇ ਲੋਕਾਂ ਨੂੰ ਕੋਈ ਆਮ ਤੌਰ 'ਤੇ ਜਿਹੜਾ ਆਮ ਸਮੱਸਿਆ ਆਉਂਦੀ ਹੈ, ਕੋਈ ਸ਼ਿਕਾਇਤਾਂ ਮੋਸਟਲੀ ਆਉਂਦੀਆਂ, ਜਿਵੇਂ ਮੈਂ ਦੱਸਿਆ ਚੰਡੀਗੜ੍ਹ ਵਿੱਚ ਸਾਰੇ ਮੇਜਰ ਜਿਹੜੇ ਡਿਪਾਰਟਮੈਂਟਸ ਨੇ ਜਿਹੜੇ ਕੰਮ ਹੈਗੇ ਲੋਕਾਂ ਦੇ, ਉਹ ਐਡਮਿਨਿਸਟ੍ਰੇਸ਼ਨ ਦੇ ਡਿਪਾਰਟਮੈਂਟਸ ਐਡਮਿਨਿਸਟ੍ਰੇਟਿਵ ਆਫਿਸਰਸ ਦੇ ਕੋਲ ਪੈਂਦੇ ਨੇ, ਜੋ ਕਿ ਉਹ ਬਹੁਤ ਵਾਰ ਨਹੀਂ ਸੁਣਦੇ। ਉਹਨਾਂ ਨੂੰ ਨਾ ਤੁਸੀਂ ਅਪਰੋਚ ਕਰ ਸਕਦੇ ਹੋ, ਨਾ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ, ਪਤਾ ਹੀ ਨਹੀਂ ਹੁੰਦਾ ਲੋਕਾਂ ਨੂੰ ਵੀ ਕਿਹੜੇ ਬੰਦੇ ਨਾਲ ਅਸੀਂ ਸੰਪਰਕ ਕਰਨਾ ਹੈ। ਇੱਥੇ ਇਲੈਕਟਿਡ ਕੋਈ ਹੁੰਦਾ ਹੈ, MLA ਹੈ, ਚਾਹੇ MC ਹੈ, ਸਾਡੇ ਕੋਲ ਤਾਂ ਅਗਲੇ ਨੂੰ ਪਤਾ ਹੈ, ਮੇਰੇ ਕੋਲ ਵੀ ਆਉਂਦੇ ਨੇ ਸਵੇਰੇ, ਔਰ ਕਈ ਇਹੋ ਜਿਹੇ ਕੰਮ ਲੈ ਕੇ ਆਉਂਦੇ ਨੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਹੁੰਦੇ ਨੇ, ਸਾਡੇ ਕਰਨ ਵਾਲੇ ਨਹੀਂ ਹੁੰਦੇ। ਬਟ ਕਿਉਂਕਿ ਅਸੀਂ ਅਪਰੋਚੇਬਲ, ਕੋਈ ਵੀ ਮੈਂ ਕਹਿੰਦਾ ਕਿਸੇ ਵੀ ਪਾਰਟੀ ਦਾ ਹੋਵੇ ਉਹ ਅਪਰੋਚੇਬਲ ਹੁੰਦਾ ਹੈ। ਉਹਦੇ ਘਰੇ ਜਾ ਕੇ ਭਾਵੇਂ ਅੱਧੀ ਰਾਤ ਨੂੰ ਤੁਸੀਂ ਘੰਟੀ ਮਾਰ ਦਿਓ, ਸਵੇਰੇ ਉੱਠ ਕੇ ਆ ਜਾਓ, ਫੋਨ ਕਰ ਦਿਓ, ਸਾਨੂੰ ਵੀ ਆਉਂਦੇ ਨੇ, ਸਾਰਿਆਂ ਨੂੰ ਆਉਂਦੇ। ਅਫਸਰ ਨੂੰ ਤੁਸੀਂ ਦਫ਼ਤਰ ਦੇ ਟਾਈਮ ਨਹੀਂ ਫੋਨ ਕਰ ਸਕਦੇ, ਬਾਅਦ ਤਾਂ ਦੂਰ ਦੀ ਗੱਲ ਹੈ, ਅਗਲਾ ਸਵਿਚ ਆਫ ਕਰਕੇ ਬੈਠ ਜਾਂਦਾ ਨੰਬਰ ਕਈ ਵਾਰ। ਸੋ ਇਹ ਬਹੁਤ ਇੱਕ ਜਿਹੜੀ ਲੋੜ ਹੈ, ਡੈਮੋਕ੍ਰੈਟਿਕ ਸੈਟਅਪ ਹੋਣਾ ਚਾਹੀਦਾ ਹੈ, ਵਿਧਾਨ ਸਭਾ ਹੋਣੀ ਚਾਹੀਦੀ ਹੈ ਔਰ ਇਲੈਕਟਿਡ ਲੋਕਾਂ ਦੇ ਹੱਥ ਵਿੱਚ ਹੀ ਪਾਵਰ ਹੋਣੀ ਚਾਹੀਦੀ ਹੈ। ਪਿੱਛੇ ਜੇ ਬਿਜਲੀ ਦਾ ਕ੍ਰਾਈਸਿਸ ਆਇਆ ਸ਼ਹਿਰ ਦੇ ਅੰਦਰ, ਚੰਡੀਗੜ੍ਹ ਦੇ ਅੰਦਰ, ਅਤੇ ਸਿਊਮੋਟੋ ਉਹਦਾ ਉੱਤੇ ਲਿਆ, ਹਾਈ ਕੋਰਟ ਨੇ ਲਿਆ ਵੀ ਹੈਗਾ। ਬਟ ਇਸ ਜਿਹੜੀ ਕ੍ਰਾਈਸਿਸ ਹੈ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਕਿਉਂਕਿ ਬਹੁਤ ਸਾਰੀਆਂ ਉਂਗਲਾਂ BJP ਦੇ, ਭਾਜਪਾ ਦੇ MP 'ਤੇ ਵੀ ਉੱਠੀਆਂ। ਕਿਰਨ ਖੇਰ ਵੀ ਉਹ ਇੱਥੇ ਨਹੀਂ ਰਹਿੰਦੇ, ਹਾਜ਼ਰੀ ਨਹੀਂ ਹੁੰਦੀ, ਪੋਲੀਟੀਕਲ ਇਨਫਲੂਐਂਸ ਨਹੀਂ ਹੈਗਾ, ਤਾਂ ਕਰਕੇ ਅਫਸਰ ਵੀ ਪਰਵਾਹ ਨਹੀਂ ਕਰਦੇ ਹੈਗੇ, ਨਜ਼ਰਅੰਦਾਜ਼ ਹੋ ਗਈਆਂ ਚੀਜ਼ਾਂ। ਇਹਦੇ ਵਿੱਚ ਦੇਖੋ ਜੀ, MP ਦਾ ਕੋਈ ਮੇਜਰ ਰੋਲ ਨਹੀਂ ਹੁੰਦਾ। ਆਪਣੀ ਜੋ ਇੰਡੀਆ ਦੀ ਸੈਟਅਪ ਹੈਗਾ, ਇੱਕ 3 ਟਾਇਰ ਗਵਰਨਮੈਂਟ ਹੁੰਦੀ ਹੈ। ਫਸਟ ਟਾਇਰ ਜਿਹੜੀ ਪਾਰਲੀਮੈਂਟਰੀ ਹੈ, ਸੈਂਟਰ ਦੀ ਹੈ। ਸੈਕਿੰਡ ਜਿਹੜੀ ਹੈ, ਜਿਹੜਾ ਚੰਡੀਗੜ੍ਹ 'ਚ ਨਹੀਂ ਹੈ, ਵਿਧਾਨ ਸਭਾ, ਜਿੱਥੇ ਕਿ ਤੁਹਾਡਾ ਮੁੱਖ ਮੰਤਰੀ ਹੁੰਦਾ ਹੈ, ਕਾਊਂਸਲ ਆਫ ਮਿਨਿਸਟਰਸ ਹੁੰਦੇ ਨੇ, MLA ਹੁੰਦੇ ਨੇ। ਉਹ ਸਟੇਟ ਦੀ ਕੋਈ ਜਿਹੜੀ ਚੀਜ਼ ਹੁੰਦੀ ਹੈ, ਜਿਵੇਂ ਇਲੈਕਟ੍ਰਿਸਿਟੀ ਹੈ, ਸਟੇਟ ਸਬਜੈਕਟ ਹੈ, ਬਿਜਲੀ ਮਹਿਕਮਾ ਸਟੇਟ ਸਬਜੈਕਟ ਹੈ, ਉਹਦੇ 'ਚ MP ਦਾ ਕੋਈ ਐਸਾ ਸੱਚ ਰੋਲ ਨਹੀਂ ਹੁੰਦਾ। ਅਤੇ ਉਹ MP ਮੈਡਮ ਸਾਡੇ ਜਿਹੜੇ ਕਿਰਨ ਖੇਰ ਜੀ ਨੇ, ਵੈਸੇ ਬਹੁਤ ਪ੍ਰੋਐਕਟਿਵ ਨੇ। ਸਾਨੂੰ ਪੂਰੇ ਕੋਵਿਡ ਕਾਲ 'ਚ, ਹਾਲਾਂ ਉਹਨਾਂ ਨੂੰ ਕੈਂਸਰ ਹੈ, ਬਹੁਤ ਜੋ ਨਾਮੁਰਾਦ ਬਿਮਾਰੀ ਹੈ, ਬਾਵਜੂਦ ਉਸ ਦੇ ਉਹ ਪੂਰਾ ਦਿਨ ਰਾਤ, ਪਹਿਲਾਂ ਵੀ ਜਦੋਂ ਕੋਵਿਡ ਫਸਟ ਵੇਵ, ਸੈਕਿੰਡ ਵੇਵ ਔਰ ਹੁਣ ਥਰਡ ਵੇਵ ਵੀ ਆਈ, ਸਾਨੂੰ ਐਜ਼ ਕਾਊਂਸਲਰ ਕੋਈ ਚੀਜ਼ ਦੀ ਲੋੜ ਹੁੰਦੀ ਸੀ, ਕੋਈ ਐਡਮਿਨਿਸਟ੍ਰੇਸ਼ਨ ਤੱਕ ਕੰਮ ਹੁੰਦਾ ਸੀ, ਅਸੀਂ ਉਹਨਾਂ ਨੂੰ ਤੁਰੰਤ ਫੋਨ, ਅੱਧੀ ਰਾਤ ਨੂੰ ਵੀ ਉਹਨਾਂ ਦਾ ਫੋਨ ਸਾਡੇ ਲਈ, ਜਿਵੇਂ ਮੈਂ ਦੱਸਿਆ ਉਹ ਇਲੈਕਟਿਡ ਨੇ, ਉਹ ਅੱਧੀ ਰਾਤ ਨੂੰ ਵੀ ਅਵੇਲੇਬਲ ਹੁੰਦੇ ਨੇ, ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਔਰ ਉਹ ਉਹਨਾਂ ਨਾਲ ਗੱਲ ਹੁੰਦੀ ਹੈ ਔਰ ਕੰਮ ਕਰਾ ਕੇ ਦਿੰਦੇ ਨੇ। ਜਿਹੜਾ ਬਿਜਲੀ ਮਹਿਕਮੇ ਦੀ ਗੱਲ ਆਈ ਹੈ, ਇਹਦੇ ਵਿੱਚ ਬਹੁਤ ਵੱਡਾ ਇੱਕ ਛੜਯੰਤਰ ਸੀਗਾ, ਉਹਦੇ ਵਿੱਚ ਉਂਗਲਬਾਜੀ ਸੀ। 90% ਕੰਮ ਹੋ ਚੁੱਕਿਆ, ਸਾਰਾ ਕੰਮ ਹੋ ਗਿਆ, ਟੈਂਡਰ ਪ੍ਰੋਸੈਸ ਹੋ ਗਿਆ, ਫਾਈਨਲਾਈਜ਼ ਹੋ ਗਿਆ, ਸੈਂਟਰ ਤੋਂ ਮਨਜ਼ੂਰੀ ਮਿਲ ਗਈ, ਜੋ ਹੋਮ ਮਿਨਿਸਟਰੀ ਤੋਂ, ਜੋ ਹੋਰ ਵੀ ਕੰਸਰਨ ਮਿਨਿਸਟਰੀਆਂ ਨੇ, ਸਾਰਾ ਕੁਝ ਹੋ ਕੇ ਹੁਣ ਤਾਂ ਮਹੀਨੇ ਬਾਅਦ ਉਹ ਹੈਂਡਓਵਰ ਕਰਨਾ ਸੀ ਉਹਨਾਂ ਨੂੰ, ਜਿਹੜਾ ਉਹ ਵੀ ਇਹਨਾਂ ਡੇਟ ਤੈਅ ਕਰਤੀ ਸੀਗੀ ਕਿ ਅਸੀਂ ਜਿਹੜੀ ਉਹ ਕੰਪਨੀ ਹੈਗੀ ਜਿਹਨੇ ਬਿਡ ਕੀਤਾ ਹੈਗਾ, ਉਹਨਾਂ ਨੂੰ ਅਸੀਂ ਟਰਾਂਸਫਰ ਕਰ ਦੇਣੀ ਹੈ। ਔਰ ਜਿਹੜੀ ਯੂਨੀਅਨ ਹੈ, ਉਹਨਾਂ ਨੇ ਹਾਈ ਕੋਰਟ ਵਿੱਚ ਕੇਸ ਪਾਇਆ ਹੋਇਆ, ਰਿਟ ਪਾਈ ਹੋਈ ਹੈ ਇਹਦੇ ਖਿਲਾਫ। ਹੁਣ ਜਦੋਂ ਮੈਟਰ ਸਬਜੂਡਿਸ ਹੈ,
ਮੈਟਰ ਸਬਜੂਡਿਸ ਹੈ ਔਰ 2 ਵਾਰ ਇਹਨਾਂ ਨੇ ਇੱਥੇ ਹਾਈ ਕੋਰਟ ਨੇ ਸਟੇ ਕੀਤਾ। ਇਹਨਾਂ ਨੇ ਵਿੱਚ ਅਰਜ਼ੀਆਂ ਲਾਈਆਂ ਵੀ ਜੀ ਸਟੇ ਕਰੋ, ਜਦੋਂ ਪਹਿਲਾਂ ਚੱਲ ਰਿਹਾ ਸੀ ਟੈਂਡਰ ਖੁੱਲ੍ਹਣਾ ਸੀ ਉਦੋਂ ਇਹਨਾਂ ਨੇ ਸਟੇ ਕਰਾ ਲਿਆ, ਫਿਰ ਕੁਝ ਹੋਰ ਹੋਇਆ। 2 ਵਾਰ ਸਟੇ ਹੋਇਆ, ਦੋਨੋਂ ਵਾਰ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਗਈ, ਸੁਪਰੀਮ ਕੋਰਟ ਨੇ ਸਟੇ ਵਕੇਟ ਕਰਕੇ ਇਹਨਾਂ ਨੂੰ ਅੱਗੇ ਜੋ ਹੈ ਐਡਮਿਨਿਸਟ੍ਰੇਸ਼ਨ ਨੂੰ, ਮਤਲਬ ਕੋਰਟ ਦੇ ਜੇ ਇੱਕ ਲੀਗਲ ਪ੍ਰੋਸੈਸ ਨੂੰ ਫੋਲੋ ਕੀਤਾ ਐਡਮਿਨਿਸਟ੍ਰੇਸ਼ਨ ਨੇ, ਜਿਸ ਦੇ ਵਿੱਚ ਇੰਪਲੋਈਜ਼ ਯੂਨੀਅਨ ਦੇ ਕੁਝ ਲੋਕ, ਕਿਉਂਕਿ ਉਹਨਾਂ ਦੀ ਆਪਣੀ ਯੂਨੀਅਨਬਾਜ਼ੀ ਹੁੰਦੀ ਹੈ ਅਤੇ ਕੁਝ ਵਿਪਕਸ਼ੀ ਦਲ ਉਹ 'ਚ ਉਂਗਲਬਾਜ਼ੀ ਕਰਦੇ ਨੇ। ਜਿਵੇਂ ਕੱਲ੍ਹ ਸਦਨ ਦੀ ਬੈਠਕ ਹੋਈ ਸੀ ਉਰੇ MC ਦੀ, ਔਰ ਜਦ ਕਿ ਬਾਰ-ਬਾਰ ਕਿਹਾ ਗਿਆ ਕਿ ਬਿਜਲੀ ਜਿਹੜਾ ਹੈ ਇਲੈਕਟ੍ਰਿਸਿਟੀ ਡਿਪਾਰਟਮੈਂਟ MC ਦੇ ਅੰਡਰ ਨਹੀਂ ਆਉਂਦਾ, ਉਹ ਪ੍ਰਾਈਵੇਟ ਹੈ ਬਿਜਲੀ, ਅੱਜ ਵੀ ਪ੍ਰਾਈਵੇਟ ਚੱਲ ਰਹੀ, ਇਹਨਾਂ ਦੀ ਆਪਣੀ ਕਾਂਗਰਸ ਦੀ ਸਰਕਾਰ ਹੈ। ਇਹ ਤਾਂ ਕ੍ਰਾਈਸਿਸ ਦੀ ਗੱਲ ਜੇ ਆਪਾਂ ਉਹੀ ਦੱਸ ਰਹੇ ਹਾਂ ਜੀ ਵੀ ਉਹਨੂੰ ਕਿੱਥੋਂ ਮਤਲਬ ਛੜਯੰਤਰ ਰਚਿਆ ਜਾ ਰਿਹਾ ਵੀ ਜਿਹੜੀ ਉਹੀ ਕਾਂਗਰਸ ਪਾਰਟੀ, ਉੱਥੇ ਨਿੱਜੀਕਰਨ ਹੈ ਇਹਨਾਂ ਦਾ। ਦਿੱਲੀ ਵਿੱਚ ਕਾਂਗਰਸ ਪਾਰਟੀ ਵੀ ਰਹੀ ਹੈ ਪਹਿਲਾਂ ਸੱਤਾ 'ਚ, ਕਿੰਨੀ ਦੇਰ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਰਹੇ ਨੇ ਉਦੋਂ, ਔਰ ਉਸ ਤੋਂ ਬਾਅਦ ਹੁਣ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਵੱਡੇ ਦਾਅਵੇ ਕਰਕੇ ਅੱਜ ਸਾਰੇ ਪਾਸੇ ਪੂਰੇ ਪੰਜਾਬ 'ਚ, ਚੰਡੀਗੜ੍ਹ 'ਚ ਕਿਤੇ ਵੀ ਇਲੈਕਸ਼ਨ ਹੁੰਦੀ ਹੈ ਇਹ ਲੈ ਕੇ ਆਉਂਦੇ ਨੇ ਜੀ ਮੁਫਤ ਬਿਜਲੀ ਪਾਣੀ, ਦਿੱਲੀ ਮਾਡਲ ਜੀ, ਦਿੱਲੀ ਮਾਡਲ। ਔਰ ਉਹੀ ਦਿੱਲੀ 'ਚ ਬਿਜਲੀ ਉੱਥੇ ਜੋ ਹੈ ਪ੍ਰਾਈਵੇਟ ਹੈ, ਉਹ ਦਿੱਲੀ ਮਾਡਲ ਨੂੰ ਇਹ ਸਾਰੇ ਪਾਸੇ ਕਹਿੰਦੇ ਨੇ ਵੀ ਦੇਖੋ ਦਿੱਲੀ ਮਾਡਲ ਨੂੰ, ਉੱਥੇ ਪ੍ਰਾਈਵੇਟ ਹੈ। ਬੰਬੇ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਹ ਵੀ ਪ੍ਰਾਈਵੇਟ ਹੈ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉੱਥੇ ਵੀ ਬਿਜਲੀ ਪ੍ਰਾਈਵੇਟ ਹੈ, ਔਰ ਚੰਡੀਗੜ੍ਹ ਜਾ ਕੇ ਕਹਿ ਰਹੇ ਅਸੀਂ ਪ੍ਰਾਈਵੇਟਾਈਜੇਸ਼ਨ ਦੇ ਖਿਲਾਫ ਹਾਂ। ਤਾਂ ਇਹਨਾਂ ਦੇ ਦੋਹਰੇ ਡਬਲ ਸਟੈਂਡਰਡ ਇਹਨਾਂ ਦੇ ਹੈਗੇ। ਇਹੀ ਲੋਕ ਜਿਹੜੇ ਹੈ, ਕਿਉਂਕਿ ਇਹਨਾਂ ਨੇ ਸਰਕਾਰ ਦੇ ਅਗੇਂਸਟ ਬਸ ਲੋਕਾਂ ਨੂੰ ਇਨਸਟੀਗੇਟ ਕਰਨਾ ਹੈ, ਇਹ ਲੀਡਰ ਜਿਹੜੇ ਇਹਨਾਂ ਦੇ ਪੋਲੀਟੀਕਲ ਪਾਰਟੀਆਂ ਦੇ, ਇਹ ਯੂਨੀਅਨਾਂ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਉਂਗਲਬਾਜ਼ੀ ਕਰਦੇ ਨੇ, ਉਹਨਾਂ ਦੇ ਲੋਕਾਂ ਨੂੰ ਉਂਗਲਾਂ ਲਾ ਕੇ, ਅਤੇ ਉਹਨਾਂ ਤੋਂ ਸਟ੍ਰਾਈਕ ਜਿਹੜੀ ਹੋਈ ਸੀ ਉਹਨਾਂ ਨੂੰ ਇੱਦਾਂ ਗਲਤ ਵੀ ਸੈਬੋਟਾਜ ਦੇ ਰਾਹ 'ਤੇ ਚਲਾਉਂਦੀਆਂ ਨੇ। ਇਹ ਪੋਲੀਟੀਕਲ ਪਾਰਟੀ ਚਲਾਉਂਦੀਆਂ ਨੇ, ਉਹਨਾਂ ਨੂੰ ਇੰਨਾ ਉਕਸਾਉਂਦੀਆਂ ਨੇ ਕਿ ਤੁਸੀਂ ਚੱਕ ਦਿਓ, ਇਹ ਕਰ ਦਿਓ, ਉਹ ਕਰ ਦਿਓ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਅਤੇ ਉਹ ਇੰਪਲੋਈ ਬੰਦਾ ਕਿਉਂ ਇਹ ਚੀਜ਼ਾਂ ਕਰਦਾ? ਉਹ ਕਦੇ ਵੀ ਨਹੀਂ ਕਰੇਗਾ। ਕਿਉਂ ਕਰੇਗਾ? ਕਿਉਂਕਿ ਇਹਨਾਂ ਲੋਕਾਂ ਨੇ ਇਨਸਟੀਗੇਟ ਕਰਕੇ, ਔਰ ਇਹਨਾਂ ਦੇ ਕੁਝ ਸਮਰਥਕ ਵੀ ਹੁੰਦੇ ਨੇ ਬੈਠੇ, ਹੋ ਸਕਦਾ ਇਹਨਾਂ ਨੇ ਕੁਝ ਕਰਾਇਆ ਹੋਵੇ ਵਿੱਚ। ਅਤੇ ਸਿੱਧੂ ਸਾਹਿਬ ਜੇ ਗੱਲ ਕਰੀਏ ਵਿਧਾਨ ਸਭਾ ਦੀ ਮੁੜ ਕੇ, ਤਾਂ ਫਿਰ ਪੰਜਾਬ ਹਰਿਆਣੇ ਨੂੰ ਇਸ ਗੱਲ 'ਤੇ ਓਬਜੈਕਸ਼ਨ ਵੀ ਹੋ ਸਕਦੀ ਹੈ, ਕਿਉਂਕਿ ਉਹਨਾਂ ਦਾ ਸਟੇਕ ਹੈ ਚੰਡੀਗੜ੍ਹ 'ਤੇ, ਦੋਨੋਂ ਜਾਣੇ ਆਪ ਦਾ ਦਾਅਵਾ ਠੋਕਦੇ, ਕੈਪੀਟਲ ਵੀ ਹੈਗੀ ਪੰਜਾਬ ਤਾਂ ਖਾਸ ਤੌਰ 'ਤੇ ਕਹਿੰਦਾ ਸਾਡਾ ਵੀ ਸਾਨੂੰ ਦੇਣਾ ਚਾਹੀਦਾ ਸੀਗਾ, ਅਤੇ ਫਿਰ ਇਹ ਚੀਜ਼ ਨੂੰ ਕਿਵੇਂ ਸਾਂਭਿਆ ਜਾਊਗਾ? ਦੇਖੋ ਜੀ, ਜੇ ਕੈਪੀਟਲ ਸਿਟੀ ਹੈ ਉਹ ਬਿਲਕੁਲ ਰਹੇਗੀ ਕੈਪੀਟਲ, ਉਹਦੇ 'ਚ ਕੋਈ, ਦਿੱਲੀ ਭਾਰਤ ਦੀ ਰਾਜਧਾਨੀ ਹੈ, ਉੱਥੇ ਭਾਰਤ ਸਰਕਾਰ ਵੀ ਚੱਲਦੀ ਹੈ, ਉੱਥੇ ਸਟੇਟ ਸਰਕਾਰ ਵੀ ਹੈ, ਉੱਥੇ ਕਾਰਪੋਰੇਸ਼ਨਾਂ ਵੀ ਨੇ। ਉਹ ਇਹ ਪੋਲੀਟੀਕਲ ਸੈਟਅਪ ਦੀ ਗੱਲ ਹੋ ਰਹੀ ਹੈ। ਪੋਲੀਟੀਕਲ ਸੈਟਅਪ ਕੁਝ ਵੀ ਹੋ ਸਕਦਾ ਹੈਗਾ, ਉਹਦੀ ਵਿਧਾਨ ਸਭਾ ਵੀ ਆ ਜਾਏਗੀ, ਅਤੇ ਉਹਦੇ ਨਾਲ ਮੈਂ ਨਹੀਂ ਸਮਝਦਾ ਇਸ 'ਚ ਕੋਈ ਪੰਜਾਬ ਨੂੰ ਕੋਈ ਇਹਦੇ ਜੋ ਹੈ ਪੰਜਾਬ ਦੇ ਸਟੇਕਸ ਇਸ 'ਚ ਕੋਈ ਘਟ ਜਾਣਗੇ, ਹਰਿਆਣਾ ਦੇ ਸਟੇਕਸ ਘਟ ਜਾਣਗੇ। ਉਹੀ ਲੋਕ, ਪੰਜਾਬ ਦੇ ਲੋਕ, ਅਸੀਂ ਪੰਜਾਬ ਤੋਂ, ਮੈਂ ਆਉਣਾ, ਔਰ ਸਾਡੇ ਕਈ ਸਾਥੀ, ਕੋਈ ਹਿਮਾਚਲ ਤੋਂ ਹੈ, ਕੋਈ ਹਰਿਆਣੇ ਤੋਂ ਹੈ, ਔਰ ਚੰਡੀਗੜ੍ਹ ਤਾਂ ਇਹੋ ਜਿਹਾ ਸ਼ਹਿਰ ਹੈ ਜੀ, ਮੈਂ ਕਹਿੰਦਾ ਪੂਰੇ ਦੇਸ਼ ਤੋਂ, ਇੱਥੇ ਉੱਤਰਾਖੰਡ ਤੋਂ ਵੀ ਨੇ, ਜੰਮੂ ਕਸ਼ਮੀਰ ਤੋਂ, ਰਾਜਸਥਾਨ ਤੋਂ, ਮੱਧ ਪ੍ਰਦੇਸ਼, ਸਾਊਥ ਤੋਂ, ਕੇਰਲ, ਤਾਮਿਲਨਾਡੂ, ਕਰਨਾਟਕ, ਹਰ ਸਟੇਟ ਤੋਂ, ਨਾਰਥ ਈਸਟ ਤੋਂ, ਔਰ ਪੂਰਵਾਂਚਲ, ਆਪਣਾ UP, ਬਿਹਾਰ, ਹਰ ਸਟੇਟ ਤੋਂ ਚੰਡੀਗੜ੍ਹ ਵਿੱਚ ਲੋਕ ਰਹਿੰਦੇ ਨੇ। ਸੋ ਸਾਰਿਆਂ ਦਾ ਇਹ ਸ਼ਹਿਰ ਹੈ। ਉਹ ਜਿਹੜੇ ਲੋਕ ਰਹਿ ਰਹੇ ਨੇ, ਪਹਿਲਾਂ ਉਹਨਾਂ ਦਾ ਹਿੱਤ ਵੀ ਸਾਨੂੰ ਕਿਤੇ ਨਾ ਕਿਤੇ ਦੇਖਣਾ ਚਾਹੀਦਾ ਹੈ। ਉਹ ਪੰਜਾਬ ਦਾ ਕੋਈ ਇਸ 'ਚੋਂ ਅਸੀਂ ਕੋਈ ਇਹ ਨਹੀਂ ਹੈ ਵੀ ਚੰਡੀਗੜ੍ਹ ਵਿਧਾਨ ਸਭਾ ਬਣਾਉਣ ਨਾਲ ਕੋਈ ਚੰਡੀਗੜ੍ਹ ਕੋਈ ਇੱਥੋਂ ਉੱਠ ਕੇ ਚਲੀ ਜਾਏਗੀ। ਉੱਥੇ ਹੀ ਰਹਿਣਾ ਚੰਡੀਗੜ੍ਹ ਨੇ, ਉੱਥੇ ਹੀ ਰਹਿਣਾ ਪੰਜਾਬ ਨੇ, ਉੱਥੇ ਹੀ ਰਹਿਣਾ ਹਰਿਆਣਾ ਨੇ। ਉਹ ਸਾਰੇ ਉਹੀ, ਅਸੀਂ ਉਹਨੇ ਸਟੇਟਸ ਦੇ ਬਸ਼ਿੰਦੇ ਇੱਥੇ ਚੰਡੀਗੜ੍ਹ 'ਚ ਰਹਿੰਦੇ ਹਾਂ। ਤਾਂ ਜਿਹੜਾ ਇਹ ਵਿਧਾਨ ਸਭਾ ਬਣਾਉਣ ਦਾ ਹੁੰਦਾ, ਇਹਦਾ ਮਕਸਦ ਸਿਰਫ ਇੱਕ ਪੋਲੀਟੀਕਲ ਐਡਮਿਨਿਸਟ੍ਰੇਟਿਵ ਸੈਟਅਪ ਉਸ ਜਗ੍ਹਾ ਦਾ ਸੁਧਾਰਨ ਵਾਸਤੇ ਇਹ ਬਣਦਾ ਹੈਗਾ। ਇਹ ਨਾਲ ਕੋਈ ਇੱਦਾਂ ਨਹੀਂ ਹੈ ਕੋਈ ਉੱਥੇ ਕੋਈ ਦੀਵਾਰਾਂ ਖੜ੍ਹੀਆਂ ਹੋ ਜਾਣਗੀਆਂ ਜਾਂ ਕੋਈ ਦੂਜੀ ਸਟੇਟ ਨੂੰ ਕੋਈ ਨੁਕਸਾਨ ਹੋ ਜਾਏਗਾ ਇਸ 'ਚ। ਅਤੇ ਦੂਸਰੇ ਪਾਸੇ ਇੱਕ ਮਤਾ ਵੀ ਕੱਲ੍ਹ ਪਾਸ ਕੀਤਾ ਗਿਆ ਵੀ ਰਾਜ ਸਭਾ ਨੁਮਾਇੰਦਾ ਹੋਣਾ ਚਾਹੀਦਾ ਜਿਹੜਾ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕਰੇ ਹੈਗੇ। ਉਹਦੀ ਗੱਲ ਹੁਣ ਕਿੱਥੇ ਖੜੀ ਹੈ? ਹਾਲਾਂਕਿ ਅਪਰੂਵਲ ਤਾਂ ਫਾਈਨਲ MHA ਜਾਂ ਪਾਰਲੀਮੈਂਟ 'ਚ ਹੋਊਗੀ, ਪਰ ਕਿਉਂ ਇਸ ਚੀਜ਼ ਦੀ ਮੰਗ ਕਿਵੇਂ ਉੱਠੀ? ਇਹਦੀ ਜੋ ਹੈ ਮਨੀਸ਼ ਤਿਵਾੜੀ ਸਾਂਸਦ ਹੈਗੇ ਨੇ, ਉਹਨਾਂ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ 2021 'ਚ ਪਾਰਲੀਮੈਂਟ 'ਚ ਲਿਆਂਦਾ, ਬੀਇੰਗ ਐਨ MP। ਉਹਦੇ ਵਿੱਚ ਉਹਨਾਂ ਨੇ ਇਹ ਤਰਕ ਰੱਖਿਆ ਕਿ ਦਿੱਲੀ ਵਿੱਚ ਜਦੋਂ ਵਿਧਾਨ ਸਭਾ 90 ਦੇ ਕਰੀਬ ਬਣੀ ਹੈ 1990, ਉਸ ਤੋਂ ਪਹਿਲਾਂ ਜੋ ਸੀ ਉੱਥੇ ਵੀ ਇਸੇ ਤਰ੍ਹਾਂ ਕਾਰਪੋਰੇਸ਼ਨ ਹੁੰਦੀ ਸੀਗੀ, ਜਾਂ ਇੱਕ ਉਹਨਾਂ ਦੀ ਇੱਕ ਕਾਊਂਸਲ ਹੁੰਦੀ ਸੀਗੀ ਦਿੱਲੀ ਦੀ, ਮੈਟਰੋਪੋਲੀਟਨ ਕਾਊਂਸਲ ਦਾ ਕਰਕੇ ਇਸ ਤਰ੍ਹਾਂ। ਤਾਂ ਉਹ ਇਲੈਕਟੋਰਲ ਕਾਲਜ, ਜਿਹੜਾ ਸੰਵਿਧਾਨ ਇਹ ਕਹਿੰਦਾ ਹੈ ਮੈਂਬਰ ਆਫ ਪਾਰਲੀਮੈਂਟ ਤਾਂ ਡਾਇਰੈਕਟਲੀ ਇਲੈਕਟ ਹੁੰਦਾ ਹੈ ਬਾਈ ਦਾ ਪੀਪਲ, ਜਿਹੜੇ ਉਸ ਕੌਂਸਟੀਟੂਐਂਸੀ ਦੇ ਲੋਕ ਨੇ, ਲੇਕਿਨ ਕਾਊਂਸਲ ਆਫ ਸਟੇਟ ਯਾਨੀ ਜਿਹੜੀ ਰਾਜ ਸਭਾ ਹੈ, ਉਹਦੇ 'ਚ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਇੱਕ ਇਲੈਕਟੋਰਲ ਕਾਲਜ ਹੁੰਦਾ ਹੈ ਜੋ
ਉਹਨੂੰ ਇਲੈਕਟ ਕਰਦਾ ਹੈ ਉਸ ਮੈਂਬਰ ਆਫ ਪਾਰਲੀਮੈਂਟ ਨੂੰ ਰਾਜ ਸਭਾ ਵਾਸਤੇ। ਸੋ ਬਾਕੀ ਸਟੇਟਸ ਵਿੱਚ ਜਿੱਥੇ ਵਿਧਾਨ ਸਭਾ ਹੁੰਦੀ ਹੈ ਉੱਥੇ MLA ਜਾਂ ਕਈ ਸਟੇਟਸ MLC ਵੀ ਹੁੰਦੇ ਨੇ, ਉਹਨਾਂ ਨੂੰ ਪ੍ਰਪੋਰਸ਼ਨੇਟ ਵੋਟਿੰਗ ਦੇ ਹਿਸਾਬ ਨਾਲ ਉਹਨਾਂ ਦੀ ਉਹ ਜੋ ਹੈ ਸ਼ੇਅਰਿੰਗ ਲਾ ਕੇ ਉਹ MLAs ਵੋਟ ਕਰਕੇ ਰਾਜ ਸਭਾ ਵਿੱਚ ਉਹ ਸੰਸਦ ਭੇਜਦੇ ਨੇ। ਲੇਕਿਨ ਚੰਡੀਗੜ੍ਹ 'ਚ ਕਿਉਂਕਿ ਇੱਥੇ ਕੋਈ ਜੋ ਹੈ ਵਿਧਾਨ ਸਭਾ ਨਹੀਂ ਹੈ ਤਾਂ ਉਹ ਮਨੀਸ਼ ਤਿਵਾੜੀ ਦਾ ਇਹ ਕਹਿਣਾ ਸੀ, ਕਿਉਂਕਿ MC ਕਾਰਪੋਰੇਟਰਸ ਕਾਉਂਸਲਰ ਜਿਹੜੇ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਨੇ ਉਹ ਸਾਰੇ ਸ਼ਹਿਰ ਦੀ ਨੁਮਾਇੰਦਗੀ ਕਰਦੇ ਨੇ। ਇਸ ਲਈ ਜੋ ਇਲੈਕਟੋਰਲ ਕਾਲਜ ਹੈ ਰਾਜ ਸਭਾ ਦੀ ਮੈਂਬਰ ਚੁਣਨ ਵਾਸਤੇ ਫॉर ਚੰਡੀਗੜ੍ਹ, ਕਿਉਂਕਿ ਚੰਡੀਗੜ੍ਹ ਅਨਰਿਪਰੈਜ਼ੈਂਟਡ ਹੈ, ਬਾਕੀ ਸਾਰੀ ਤਕਰੀਬਨ ਸਟੇਟ ਹਰ ਸਟੇਟ ਦਾ ਤਾਂ ਹੈਗਾ ਹੀ ਹੈ ਨੁਮਾਇੰਦਾ ਰਾਜ ਸਭਾ 'ਚ, ਔਰ ਕਾਫੀ ਜੋ ਹੈ ਆਪਣੀ UTs ਨੇ ਉਹਨਾਂ ਦਾ ਵੀ ਨੁਮਾਇੰਦਾ ਹੈਗਾ ਉੱਥੇ। ਲੇਕਿਨ ਚੰਡੀਗੜ੍ਹ ਔਰ 3-4 ਹੋਰ ਵੀ, ਲੱਦਾਖ ਵੀ ਉਹਨਾਂ ਨੇ ਵਿੱਚ ਲਿਖਿਆ ਤੇ ਹੋਰ ਵੀ ਇਹਨਾਂ ਦਾ ਕੋਈ ਨੁਮਾਇੰਦਾ ਰਾਜ ਸਭਾ 'ਚ ਨਹੀਂ ਹੈ, ਹੋਣਾ ਚਾਹੀਦਾ। ਬਿਲਕੁਲ ਇਸ ਚੀਜ਼ ਨੂੰ ਅਸੀਂ ਸਹਿਮਤੀ ਰੱਖੀ ਸੀ ਵੀ ਹਰ ਜਗ੍ਹਾ ਇਨ ਡੈਮੋਕ੍ਰੇਸੀ ਜਿਵੇਂ ਮੈਂ ਕਿਹਾ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਸੋ ਰਾਜ ਸਭਾ 'ਚ ਕਿਉਂਕਿ ਚੰਡੀਗੜ੍ਹ ਦੀ ਆਵਾਜ਼ ਚੱਕਣ ਵਾਲਾ ਕੋਈ ਨਹੀਂ ਹੈ ਤਾਂ ਉਹਨਾਂ ਨੇ ਇਹ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ। ਔਰ ਕਿਉਂਕਿ ਉਹਨੂੰ ਇਲੈਕਸ਼ਨ ਜੋ ਪ੍ਰੋਸੈਸ ਹੈ ਉਹ ਸਿਰਫ ਇੱਕ ਇਲੈਕਟੋਰਲ ਕਾਲਜ ਦੇ ਥਰੂ ਹੀ ਆਮ ਜਨ ਵੋਟ ਨਹੀਂ ਪਾਉਂਦਾ ਉਸ 'ਚ, ਤਾਂ ਉਹਨਾਂ ਨੇ ਇਹ ਪ੍ਰਪੋਜ਼ ਕੀਤਾ ਸੀ ਕਿ ਦਿੱਲੀ 'ਚ ਜਿਵੇਂ ਪਹਿਲਾਂ ਹੋਇਆ ਕਿ ਚੰਡੀਗੜ੍ਹ ਵੀ ਜਿਹੜੇ ਮਿਊਨਿਸਪਲ ਕਾਉਂਸਲਰਸ ਨੇ ਉਹ ਐਂਟਾਈਟਲ ਨੇ, ਉਹਨਾਂ ਨੂੰ ਜੋ ਹੈ ਉਹੀ ਵੋਟ ਕਰਨ, ਇਲੈਕਟੋਰਲ ਕਾਲਜ ਫਾਰਮ ਕਰਨ ਔਰ ਉਹ ਰਾਜ ਸਭਾ ਦੇ MP ਨੂੰ ਇਲੈਕਟ ਕਰਨ। ਸੋ ਉਹਨੂੰ ਅਸੀਂ ਚੰਡੀਗੜ੍ਹ ਦੇ ਸਾਰੇ ਜਿਹੜੇ ਕਾਉਂਸਲਰ ਇਸ ਵੇਲੇ 35 ਨੇ ਸਾਰੀ ਪਾਰਟੀ ਦੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ, ਅਕਾਲੀ ਦਲ, ਸਭ ਨੇ ਜੋ ਹੈ ਪੂਰੀ ਉੱਥੇ ਸਮਰਥਨ ਕੀਤਾ, ਖੁੱਲ੍ਹੇ ਦਿਲ ਨਾਲ ਸਮਰਥਨ ਕੀਤਾ। ਔਰ ਇਹੀ ਲੋਕ ਜੋ ਹੈਗੇ ਨੇ ਜਿਵੇਂ ਆਪਾਂ ਗੱਲ ਕੀਤੀ ਉਹ ਇਹ ਸਾਰੀ ਸਟੇਟਸ ਨੂੰ ਬਿਲੋਂਗ ਵੀ ਕਰਦੇ ਨੇ, ਇਹ ਭਾਵੇਂ ਪੰਜਾਬ ਦੇ ਵੀ ਨੇ, ਹਰਿਆਣਾ ਦੇ, ਹਿਮਾਚਲ ਦੇ, ਔਰ ਸਰਕਾਰ ਵੱਲੋਂ ਕੋਈ ਆਇਆ ਫੀਲਰ ਆਇਆ ਵੀ ਅਲਾਓ ਕਰਨਗੇ ਨਹੀਂ ਕਰਨਗੇ, ਮਨਜ਼ੂਰੀ ਮਿਲ ਸਕਦੀ ਨਹੀਂ ਮਿਲ ਸਕਦੀ? ਦੇਖੋ ਇਹ ਜਿਹੜਾ ਹੋਣਾ ਹੈ ਇਹ ਪਾਰਲੀਮੈਂਟ ਦੇ ਅਧਿਕਾਰ ਖੇਤਰ ਦੇ, ਕੋਈ ਕੌਂਸਟੀਟਿਊਸ਼ਨ 'ਚ ਅਮੈਂਡਮੈਂਟ ਹੋਏਗੀ, ਇੱਕ ਸੀਟ ਵੀ ਵਧੇਗੀ ਰਾਜ ਸਭਾ ਦੀ, ਔਰ ਫਿਰ ਉਹਦਾ ਇਲੈਕਸ਼ਨ ਪ੍ਰੋਸੈਸ ਕਿਵੇਂ ਹੋਣਾ ਹੈ ਵੀ ਜੇ ਕਾਰਪੋਰੇਟਰ ਦੇ ਕਾਉਂਸਲਰਸ ਇਲੈਕਟ ਕਰਨਗੇ ਜਾਂ ਕੋਈ ਹੋਰ ਵੀ ਜੇ ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਇਲੈਕਟੋਰਲ ਕਾਲਜ 'ਚ ਆਪਾਂ ਨੂੰ ਹੋਰ ਕੋਈ ਐਡ ਕਰਨਾ ਚਾਹੀਦਾ, ਉਹ ਆਪਣਾ ਜੋ ਹੈ ਇੱਕ ਪਾਰਲੀਮੈਂਟ ਉਸ 'ਚ ਆਥੋਰਾਈਜ਼ ਹੈਗੀ ਹੈ। ਸੋ ਪਾਰਲੀਮੈਂਟ ਉਸ 'ਤੇ ਡਿਬੇਟ ਕਰੇਗੀ। ਸਾਡੇ ਕੋਲ ਉਹ ਜੋ ਭੇਜਿਆ ਗਿਆ ਸੀਗਾ ਸਾਡੇ ਕਮੈਂਟਸ ਵਿਊਜ਼ ਵਾਸਤੇ ਭੇਜਿਆ ਗਿਆ ਸੀ, ਕਿਉਂਕਿ ਸਾਨੂੰ ਉਹਦੇ ਵਿੱਚ ਅਸੀਂ ਸਟੇਕ ਹੋਲਡਰਸ ਬਣਨਾ ਸੀ, ਅਸੀਂ ਲੋਕਾਂ ਨੇ ਉਸ ਇਲੈਕਸ਼ਨ ਪ੍ਰੋਸੈਸ 'ਚ ਅਸੀਂ ਇਲੈਕਟੋਰਲ ਕਾਲਜ ਦੇ ਹਿੱਸਾ ਬਣਨਾ ਸੀ, ਤਾਂ ਸਾਡੇ ਕੋਲ ਉਹ ਆਇਆ ਸੀਗਾ ਤਾਂ ਅਸੀਂ ਉਹਦਾ ਪੂਰਾ ਸਮਰਥਨ ਕਰਕੇ ਭੇਜਤਾ। ਬਾਕੀ ਜੋ ਹੈ ਕੇਂਦਰ ਸਰਕਾਰ ਅਜੇ ਵਾਪਸ ਜਾਏਗਾ ਉਹਨਾਂ ਕੋਲ, ਔਰ ਜੋ ਪਾਰਲੀਮੈਂਟ ਡਿਸਾਈਡ ਕਰੇਗੀ, ਸਾਨੂੰ ਲੱਗ ਰਿਹਾ ਬਿਲਕੁਲ ਬਹੁਤ ਅੱਛੀ ਇਹ ਜੋ ਸ਼ੁਰੂਆਤ ਹੈਗੀ ਹੈ ਹੋਣਾ ਵੀ ਚਾਹੀਦਾ, ਔਰ ਜੋ ਹੈ ਪਾਰਲੀਮੈਂਟ ਨੂੰ ਜ਼ਰੂਰ ਅਪਰੂਵ ਕਰੇਗੀ। ਇੱਕ ਸਿੱਧੂ ਸਾਹਿਬ, ਹਰਿਆਣੇ ਨੇ ਹੁਣੀ ਇੱਕ ਲਾਅ ਪਾਸ ਕੀਤਾ ਹੈਗਾ, ਉਹਨਾਂ ਨੇ ਕਿਹਾ ਵੀ ਜਿਹੜੀ ACR ਹੈ ਉਹਦੇ ਵਿੱਚ ਕਿਤੇ ਨਾ ਕਿਤੇ ਰੋਲ ਰਹੂਗਾ ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵ ਹੁੰਦੇ ਨੇ, ਖਾਸ ਤੌਰ 'ਤੇ ਮੇਅਰ ਹੋ ਗਏ ਜਾਂ ਹੋਰ ਕੋਈ ਪ੍ਰਧਾਨ ਹੋ ਗਿਆ, ਤਾਂ ਕਿ ਜਿਹੜਾ ਉੱਥੇ ਮੌਜੂਦਾ ਕਮਿਸ਼ਨਰ ਹੈ ਜਾਂ ਜਿਹੜਾ ਵੀ ਇੰਚਾਰਜ ਹੈ, ਅਫਸਰ ਹੈ, ਤਾਂ ਉਹਦਾ ਜਿਹੜਾ ਰੋਲ ਕਿਵੇਂ ਦਾ ਰਿਹਾ, ਕੀ ਉਹ ਇਮਾਨਦਾਰ ਸੀ ਨਹੀਂ ਸੀ, ਹੋਰ ਸਾਰੀ ਚੀਜ਼ਾਂ 'ਚ ਉਹਨਾਂ ਦੀ ਵੀ ਸੇ ਹੋਊਗੀ। ਤਾਂ ਇਸ ਨਾਲ ਉਹਨਾਂ ਦੀ ਇੱਕ ਤਰ੍ਹਾਂ ਤੋਂ ਪਾਵਰ ਵਧਾਈ ਗਈ ਹੈ, ਬੈਲੈਂਸ ਕੀਤਾ ਗਿਆ। ਕੀ ਚੰਡੀਗੜ੍ਹ ਦੇ ਵੀ ਕਾਉਂਸਲਰ ਇਸ ਚੀਜ਼ ਦੀ ਮੰਗ ਕਰਨਗੇ? ਕਿਉਂਕਿ ਇੱਥੇ ਜਿਵੇਂ ਪਹਿਲਾਂ ਵੀ ਕਿਹਾ ਵੀ ਅਫਸਰਸ਼ਾਹੀ ਭਾਰੂ ਹੈ, ਕਮਿਸ਼ਨਰ ਕੋਲੇ, ਐਡਵਾਈਜ਼ਰ ਕੋਲੇ ਪਾਵਰਾਂ ਵੱਧ ਨੇ, ਕਾਉਂਸਲਰ ਨਾਲੋਂ ਵੱਧ ਨੇ, ਫੈਸਲੇ ਵੀ ਵੱਡੇ ਲੈ ਸਕਦੇ ਨੇ ਉਹ। ਬਿਲਕੁਲ ਜੀ, ਇਹ ਬਹੁਤ ਅੱਛੀ ਸ਼ੁਰੂਆਤ ਹਰਿਆਣਾ ਸਰਕਾਰ ਨੇ ਕੀਤੀ ਹੈ। ਔਰ ਈਵਨ ਪੰਜਾਬ 'ਚ ਜੇ ਤੁਸੀਂ ਦੇਖੋ, ਮੈਂ ਜਿਵੇਂ ਦੱਸਿਆ ਚੰਡੀਗੜ੍ਹ ਦਾ ਸਾਡਾ ਐਕਟ ਹੈ ਪੰਜਾਬ ਤੋਂ ਹੀ ਚੱਕਿਆ ਗਿਆ, ਪੰਜਾਬ ਦਾ ਹੀ ਐਕਸਟੈਂਸ਼ਨ ਐਕਟ ਚੰਡੀਗੜ੍ਹ ਬਣਾਇਆ ਗਿਆ, ਔਰ ਪੰਜਾਬ ਵਿੱਚ ਵੀ ਇਹ ਪਾਵਰ ਸੀਗੀਆਂ, ਉੱਥੇ ਵੀ ਸ਼ਾਇਦ ਸਰਕਾਰ ਨੇ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਇਹਨਾਂ ਨੇ ਸ਼ਾਇਦ ਇਸ ਪਾਵਰ ਨੂੰ ਹਟਾਉਣ ਵਾਸਤੇ ਕੁਝ ਉਹਨਾਂ ਨੇ ਚਲਾਇਆ ਸੀ ਉਹ, ਲੇਕਿਨ ਐਕਟ ਇਹ ਕਹਿੰਦਾ ਹੈਗਾ ਔਰ ਇਹ ਹੋਣਾ ਚਾਹੀਦਾ। ਦੇਖੋ ਜਨ ਪ੍ਰਤੀਨਿਧੀ ਕੋਲ ਐਗਜ਼ੈਕਟਿਵ ਪਾਵਰ ਜਿਹੜੀ ਹੈ ਉਹ ਸਾਡੇ ਕੋਲ, ਜਿਵੇਂ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਹੈ, ਸਾਡਾ ਮੇਅਰ ਸਾਡਾ ਮੁਖੀਆ ਹੁੰਦਾ ਹੈ, ਜਿਹੜਾ ਸ਼ਹਿਰ ਦਾ ਪ੍ਰਥਮ ਨਾਗਰਿਕ ਹੈ, ਮੇਅਰ ਹੈ, ਅਸੀਂ ਮੇਅਰ ਨੂੰ ਚੁਣਦੇ ਹਾਂ, ਸਾਨੂੰ ਲੋਕ ਚੁਣਦੇ ਨੇ, ਲੇਕਿਨ ਉਸ ਮੇਅਰ ਕੋਲ ਪਾਵਰ ਕੀ ਹੈ? ਐਗਜ਼ੈਕਟਿਵ ਹੈੱਡ, ਐਡਮਿਨਿਸਟ੍ਰੇਟਿਵ ਹੈੱਡ ਕਮਿਸ਼ਨਰ ਹੈ। ਕਮਿਸ਼ਨਰ ਨੂੰ ਤੁਸੀਂ ਜੇ ਕੋਈ ਕੰਮ ਕਰਾਉਣਾ ਹੈ, ਆਪਾਂ ਕੋਈ ਕਹਿੰਦੇ ਹਾਂ ਅਫਸਰਸ਼ਾਹੀ ਹਾਵੀ ਕਿਉਂ ਹੁੰਦੀ ਹੈ? ਕਿਉਂਕਿ ਉਹਨਾਂ ਨੂੰ ਜੇ ਕੋਈ ਅਫਸਰ ਨੂੰ ਡਰ ਹੁੰਦਾ ਹੈ ਜਾਂ ਉਹਨਾਂ ਨੂੰ ਕੋਈ ਨਕੇਲ ਹੁੰਦੀ ਹੈ ਇਸ ਚੀਜ਼ ਦੀ, ਉਹ ਇਸੇ ਚੀਜ਼ ਨਾਲ ਹੁੰਦੀ ਹੈ ਕਿ ਸਾਡੀ ACR ਜੋ ਹੈ ਉਹ ਠੀਕ ਰਹੇ, ਅਤੇ ਉਹ ਜੇ ਚੰਗਾ ਕੰਮ ਕਰਨਗੇ ਤਾਂ ਬਿਲਕੁਲ ਉਹ ਜੇ ਕੋਈ ਮੇਅਰ ਨੇ ਲਿਖਣੀ ਹੈ ਜਾਂ ਕੋਈ ਇਲੈਕਟਿਡ ਰਿਪਰੈਜ਼ੈਂਟੇਟਿਵ ਜੋ ਉਸ 'ਚ ਉਹਦਾ ਭਾਗੀਦਾਰੀ ਰਹੇਗੀ ਤਾਂ ਉਹ ਜੋ ਹੈ ਕੰਮ ਵੀ ਕਰਦੇ ਨੇ, ਔਰ ਉਹਨਾਂ ਦੇ ਕਹੇ ਜੋ ਇਲੈਕਟਿਡ ਰਿਪਰੈਜ਼ੈਂਟੇਟਿਵ ਸ਼ਹਿਰ ਦੀ ਭਲਾਈ ਵਾਸਤੇ
ਲੋਕਾਂ ਦੇ ਹਿੱਤ ਦੇ ਗੱਲ ਜੇ ਉਹ ਕੰਮ ਰੱਖਣਗੇ ਤੇ ਉਹ ਐਡਮਿਨਿਸਟ੍ਰੇਟਿਵ ਆਫੀਸਰਸ ਫਿਰ ਮੰਨਦੇ ਨੇ, ਤਾਂ ਮੰਨਣਗੇ ਜੇ ਉਹਨਾਂ ਨੂੰ ਕੋਈ ਡਰ ਹੋਏਗਾ ਕਿ ਸਾਡੀ ACR ਦੀ ਪਾਵਰ ਇਹਨਾਂ ਕੋਲ ਹੈਗੀ ਹੈ, ਸਾਡੇ ਉੱਤੇ ਇਹ ਅਥਾਰਟੀ ਹੈ। ਤਾਂ ਉਹ ਜਿਹੜੀ ਜਨਤਾ ਦੀ, ਕਿਉਂਕਿ ਇਨਡਾਇਰੈਕਟਲੀ ਜਨਤਾ ਦੀ ਅਥਾਰਟੀ ਹੋਗੀ ਨਾ ਅਫਸਰ ਦੇ ਉੱਤੇ, ਜੋ ਜਨਤਾ ਦਾ ਚੁਣਿਆ ਹੋਇਆ ਪ੍ਰਤੀਨਿਧੀ, ਜਨ ਪ੍ਰਤੀਨਿਧੀ, ਜੇ ਉਸ ਅਫਸਰ ਦੇ ਉੱਪਰ ਉਸ ਦੀ ACR ਲਿਖ ਸਕਣ ਦੀ ਉਹਦੇ ਕੋਲ ਪਾਵਰ ਹੋਏਗੀ, ਤਾਂ ਉਹ ਅਫਸਰ ਉਸ ਦੀ ਗੱਲ ਸੁਣੇਗਾ, ਲੋਕਾਂ ਦੀ ਇਨਡਾਇਰੈਕਟਲੀ ਜੋ ਕਹਿ ਲਓ ਗੱਲ ਸੁਣੀ ਜਾਏਗੀ। ਕਾਉਂਸਲਰ ਨੇ ਇਹਦੇ ਉੱਤੇ ਚਰਚਾ ਕੀਤੀ ਹੈ, ਕੋਈ ਲਿਆ ਹੈਗਾ ਵੀ ਕਦੋਂ ਕਰਨਾ ਚਾਹੀਦਾ, ਨਹੀਂ ਕੋਈ ਰਿਪਰੈਜ਼ੈਂਟੇਸ਼ਨ ਕੁਝ ਹੋਰ ਇਹ ਉੱਤੇ ਕਰ ਰਹੇ ਹੋ ਫੈਸਲਾ? ਇਹ ਹਾਊਸ ਵਿੱਚ ਤਾਂ ਨਹੀਂ ਹੋਈ, ਲੇਕਿਨ ਸਾਡੀ ਪਾਰਟੀ ਲੈਵਲ ਤੇ ਕਈ ਵਾਰ ਚਰਚਾ ਹੁੰਦੀ ਹੈ ਕਿ ਹੋਣਾ ਚਾਹੀਦਾ ਹੈ। ਭਾਰਤੀ ਜਨਤਾ ਪਾਰਟੀ ਹਰਿਆਣੇ 'ਚ ਵੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਹੈ, ਤਾਂ ਉਹਨਾਂ ਦੀ ਇਹ BJP ਦੀ ਹੀ ਇਹ ਸੋਚ ਹੈ ਕਿ ਜਨਤਾ ਦੇ ਹੱਥ ਮਜ਼ਬੂਤ ਹੋਣੇ ਚਾਹੀਦੇ ਨੇ, ਡੈਮੋਕ੍ਰੈਟਿਕ ਸਿਸਟਮ ਮਜ਼ਬੂਤ ਹੋਣਾ ਚਾਹੀਦਾ। ਤਾਂ ਹਰਿਆਣੇ 'ਚ ਸਾਡੇ ਮੁੱਖ ਮੰਤਰੀ ਜੀ ਨੇ, ਮਨੋਹਰ ਲਾਲ ਖੱਟੜ ਜੀ ਨੇ, ਉਹਨਾਂ ਨੇ ਪਹਿਲ ਕੀਤੀ ਹੈ। ਕਾਂਗਰਸ ਨੇ ਤਾਂ ਹਟਾਤਾ ਪੰਜਾਬ ਵਿੱਚੋਂ ਆਪਣਾ ਜੋ ਸਰਕਾਰ ਉਹਨਾਂ ਦੀ ਹੈਗੀ ਸੀ, ਲੇਕਿਨ ਇਹ ਭਾਰਤੀ ਜਨਤਾ ਪਾਰਟੀ ਹੀ ਲੈ ਕੇ ਆਈ, ਔਰ ਇੱਥੇ ਵੀ ਸਾਡੀ ਇਹ ਜੋ ਹੈ ਸੋਚ ਸਾਡੀ ਇਹੀ ਹੈ ਕਿ ਹੋਣਾ ਚਾਹੀਦਾ ਇਹ ਜੋ ਹੈ ਇਲੈਕਟਿਡ ਰਿਪਰੈਜ਼ੈਂਟੇਟਿਵ ਕੋਲ ਪਾਵਰ ਹੋਣੀ ਚਾਹੀਦੀ ਹੈ। ਹਜੇ ਹਾਊਸ ਵਿੱਚ ਇਹ ਕਦੇ ਡਿਸਕਸ਼ਨ ਦਾ ਇਹ ਨਹੀਂ ਆਇਆ, ਬਣਿਆ ਨਹੀਂ ਹੈ ਹਿੱਸਾ, ਕਿਉਂਕਿ ਐਡਮਿਨਿਸਟ੍ਰੇਟਿਵ ਫੈਸਲਾ ਕਿਤੇ ਨਾ ਕਿਤੇ ਉੱਪਰੋਂ ਹੋਣਾ ਹੈ। ਤਾਂ ਅਸੀਂ ਇਸ ਨੂੰ ਜ਼ਰੂਰ ਉਹਨੂੰ, ਕਿਉਂਕਿ ਹੁਣੇ ਆਇਆ ਔਰ ਅਸੀਂ ਇਹਨੂੰ ਲੈ ਕੇ ਇਹਨੂੰ ਇੱਕ ਪ੍ਰੈਸੀਡੈਂਟ ਬਣਾ ਕੇ ਅਸੀਂ ਇਹ ਜ਼ਰੂਰ ਅੱਗੇ ਗੱਲ ਰੱਖਾਂਗੇ ਕਿ ਜੋ ਹੈ ਇਸੇ ਤਰ੍ਹਾਂ ਇਸੇ ਤਰਜ਼ 'ਤੇ ਚੰਡੀਗੜ੍ਹ ਦੇ ਵਿੱਚ ਵੀ ਹੋਣਾ ਚਾਹੀਦਾ। ਕਿਤੇ ਨਾ ਕਿਤੇ ਜੋ ਜਨ ਪ੍ਰਤੀਨਿਧੀ ਨੇ ਉਹਨਾਂ ਦੀ ਸੇ ਹੋਣੀ ਚਾਹੀਦੀ ਹੈ, ਉਹਨਾਂ ਦਾ ਰੋਲ ਹੋਣਾ ਚਾਹੀਦਾ ACR ਦੇ ਵਿੱਚ। ਇਹ ਗਵਰਨਰ ਕੋਲੇ ਜਾਊਗੀ ਤੁਹਾਡੀ ਮੰਗ ਕਿ MP ਕੋਲੇ? ਇਹ ਵੈਸੇ ਤਾਂ ਜੀ ਦੇਖੋ ਕਰਨਾ ਐਡਮਿਨਿਸਟ੍ਰੇਟਿਵ ਸਾਡੇ ਜਿਹੜੇ ਜੋ ਚੰਡੀਗੜ੍ਹ ਦਾ ਸੈਟਅਪ ਹੈ, ਪ੍ਰਸ਼ਾਸਕ ਸਾਡਾ ਜਿਹੜਾ ਐਡਮਿਨਿਸਟ੍ਰੇਟਰ ਹੈ ਉਹ ਹੈੱਡ ਹੁੰਦਾ ਹੈ ਸਾਡਾ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਿਵ ਸੈਟਅਪ ਦਾ। ਤਾਂ ਉਹ ਕਿਤੇ ਨਾ ਕਿਤੇ ਜਾਣੀ ਤਾਂ ਅਲਟੀਮੇਟਲੀ ਉਹਨਾਂ ਕੋਲ ਹੀ ਹੈ, ਲੇਕਿਨ ਇਹ 'ਚ ਹੋ ਸਕਦਾ ਕਿਉਂਕਿ ਐਕਟ ਵਿੱਚ ਵੀ ਅਮੈਂਡਮੈਂਟ ਹੋਏਗੀ ਅਤੇ ਇਹ ਸੈਂਟਰ ਵਿੱਚ ਪਾਰਲੀਮੈਂਟ, ਕੋਈ ਚੰਡੀਗੜ੍ਹ ਦਾ ਕੁਛ ਵੀ ਐਕਟ ਹੁੰਦਾ, ਸਾਡਾ ਈਵਨ MC ਦਾ ਐਕਟ ਆ ਉਹ ਪਾਰਲੀਮੈਂਟ ਨੇ ਬਣਾਇਆ ਹੋਇਆ, ਸਾਡੀ ਕੋਈ ਅਮੈਂਡਮੈਂਟ ਹੁੰਦੀ ਹੈ ਪਾਰਲੀਮੈਂਟ 'ਚ ਹੁੰਦੀ ਹੈ। ਤਾਂ ਉਹ ਹੋ ਸਕਦਾ ਅਸੀਂ MP ਮੈਡਮ ਨਾਲ ਵੀ ਇਸ ਗੱਲ ਦੀ ਚਰਚਾ ਕਰਾਂਗੇ, ਅਤੇ ਜੇ ਤਾਂ ਇਹ ਪਾਰਲੀਮੈਂਟ ਸੈਂਟਰ ਤੋਂ ਹੋਣ ਵਾਲੀ ਚੀਜ਼ ਹੋਈ ਤਾਂ ਅਸੀਂ MP ਮੈਡਮ ਨੂੰ ਰਿਕੁਐਸਟ ਕਰਕੇ ਜ਼ਰੂਰ ਕਰਾਵਾਂਗੇ, ਔਰ ਜੇ ਲੋਕਲ ਲੈਵਲ 'ਤੇ ਹੋਏ ਤਾਂ ਅਸੀਂ ਇੱਥੇ ਉਹਨੂੰ ਮੁੱਦੇ ਨੂੰ ਚੱਕ ਕੇ ਗਵਰਨਰ ਸਾਹਿਬ ਕੋਲ ਡੈਲੀਗੇਸ਼ਨ ਲਿਜਾ ਕੇ ਜ਼ਰੂਰ ਇਸ ਚੀਜ਼ ਦੀ ਜੋ ਹੈ ਮੰਗ ਰੱਖਾਂਗੇ ਕਿ ਹੋਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਸਿੱਧੂ ਸਾਹਿਬ। ਤਾਂ ਇਹ ਸੀਗੇ ਚੰਡੀਗੜ੍ਹ ਦੇ ਕਾਉਂਸਲਰ ਮਹੇਸ਼ਿੰਦਰ ਸਿੰਘ ਸਿੱਧੂ, ਜਿਨ੍ਹਾਂ ਨੇ ਦੱਸਿਆ ਵੀ ਕਿਉਂ ਮੰਗ ਉੱਠੀ ਹੈ ਇੱਕ ਵਾਰ ਫਿਰ ਤੋਂ, ਕਿਉਂ ਚਰਚਾ ਛਿੜੀ ਹੈ ਵੀ ਚੰਡੀਗੜ੍ਹ 'ਚ ਵਿਧਾਨ ਸਭਾ ਹੋਣੀ ਚਾਹੀਦੀ ਹੈ, ਕੀ ਉਹਦੇ ਕਾਰਨ ਨੇ, ਕਿਉਂ ਇੱਥੇ ਅਫਸਰਸ਼ਾਹੀ ਭਾਰੂ ਹੈ, ਅਤੇ ਜਿਹੜੇ ਇਲੈਕਟਿਡ ਨੁਮਾਇੰਦੇ ਹੁੰਦੇ ਆ ਉਹਨਾਂ ਦੇ ਕੰਮਕਾਰ ਕਰਨ 'ਚ ਬਹੁਤ ਦਿੱਕਤਾਵਾਂ ਆਉਂਦੀਆਂ, ਆਮ ਜਨਤਾ ਨੂੰ ਵੀ ਅਫਸਰਾਂ ਨਾਲ ਮਿਲਣ 'ਚ ਵੀ ਬਹੁਤ ਦਿੱਕਤਾਵਾਂ ਆਉਂਦੀਆਂ ਨੇ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਵੀ ਹਰਿਆਣੇ ਦੀ ਤਰਜ਼ ਦੇ ਉੱਤੇ ਜਿਹੜੀ ACR 'ਚ ਸੇ ਆਈ ਹੈਗੀ, ਨਵਾਂ ਇੱਕ ਰੂਲ ਜਾਂ ਇੱਕ ਲਾਅ ਬਣਾਇਆ ਗਿਆ, ਉਹ ਰਿਪਰੈਜ਼ੈਂਟੇਸ਼ਨ ਉਹ ਵੀ ਮੁੱਦਾ ਇਹ ਐਡਮਿਨਿਸਟ੍ਰੇਟਰ ਨਾਲ ਚੱਕਣਗੇ ਵੀ ਚੰਡੀਗੜ੍ਹ 'ਚ ਵੀ ਇਹ ਸੇਮ ਰੂਲ ਲਾਗੂ ਹੋਣਾ ਚਾਹੀਦਾ। ਚੰਡੀਗੜ੍ਹ ਤੋਂ ਕੈਮਰਾਮੈਨ ਵਿੱਕੀ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।